ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਪਾਰਟੀ ਆਫਿਸ ਖੋਲ ਕੈਪਟਨ ਅਮਰਿੰਦਰ ਸਿੰਘ ਨੇ ਦਿਖਾਏ ਤੇਵਰ, ਕਿਹਾ 14 ਦਿਨਾਂ ਵਿੱਚ ਜਿੱਤੀਆਂ ਸੀ ਚੋਣਾਂ। ਟਰਾਂਸਪੋਰਟ ਮੰਤਰੀ ਨੂੰ ਹਾਈ ਕੋਰਟ ਦਾ ਝਟਕਾ, ਆਰਬਿਟ ਤੋਂ ਬਾਅਦ ਨਿਊ ਦੀਪ ਬੱਸ ਪਰਮਿਟ ਰੱਦ ਕਰਨ ਦਾ ਫੈਸਲਾ ਖਾਰਿਜ। ਤੇ ਚੰਡੀਗੜ੍ਹ ਦੇ ਵਿੱਚ ਵਧੀਆ ਪ੍ਰਦਰਸ਼ਨਾਂ ਦਾ ਦੌਰ, ਵੱਖੋ-ਵੱਖ ਮਹਿਕਮਿਆਂ ਦੇ ਕਰਮਚਾਰੀਆਂ ਨੇ ਕੀਤਾ ਧਰਨਾ ਪ੍ਰਦਰਸ਼ਨ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਦੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਦੇ ਵਿੱਚ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਦਫ਼ਤਰ ਖੋਲ੍ਹਿਆ। ਇਸ ਦਾ ਉਦਘਾਟਨ ਅੱਜ ਕੀਤਾ ਗਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ। ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਕਈ ਤਰ੍ਹਾਂ ਦੇ ਖੁਲਾਸੇ ਵੀ ਕੀਤੇ। ਤੁਹਾਡੇ ਗੱਠਜੋੜ ਦੇ ਵਿੱਚ ਸੀਐਮ ਦਾ ਚਿਹਰਾ ਕਿਹੜਾ ਹੋਏਗਾ? ਤੁਹਾਡੀ ਲੀਡਰਸ਼ਿਪ ਪਾਰਟੀ ਇਹ ਦਿਸ ਇਜ਼ ਅਪ ਟੂ ਦ ਕੰਬਾਈਨਡ ਜਦ ਤਿੰਨੋਂ ਪਾਰਟੀਆਂ ਇਕੱਠੇ ਹੋ ਕੇ ਫੈਸਲਾ करेंगी। कोई कर सिद्धू सिंह के 35 मैं क्या कि मैं बदल देने नहीं अपनी सीटा तो क्या है कि 35 से 35 80 लेना चाहिए। मेरे 2-3 क्लिक मेरे 2-3 क्लिक ਤੁਹਾਡੇ ਗੱਠਜੋੜ ਦੇ ਵਿੱਚ ਸੀਐਮ ਦਾ ਚਿਹਰਾ ਕਿਹੜਾ ਹੋਏਗਾ? ਤੁਹਾਡੀ ਲੀਡਰਸ਼ਿਪ ਪਾਰਟੀ ਇਹ ਦਿਸ ਇਜ਼ ਅਪ ਟੂ ਦ ਕੰਬਾਈਨਡ ਜਦ ਤਿੰਨੋਂ ਪਾਰਟੀਆਂ ਇਕੱਠੇ ਹੋ ਕੇ ਫੈਸਲਾ ਕरेंगी। कोई कर ਕੈਪਟਨ ਸਾਹਿਬ ਜਿਹੜੇ ਤੁਹਾਡੇ ਕੈਪਟਨ ਸਾਹਿਬ 4.5 ਸਾਲ ਜਿਹੜੇ ਤੁਹਾਡੀਆਂ ਖੱਬੀਆਂ ਸੱਜੀਆਂ ਬਾਹਾਂ ਰਹੇ ਨੇ ਤੇ ਰਾਈਟ ਹੈਂਡ ਰਹੇ ਨੇ, ਉਹ ਕਦੋਂ ਕੁ ਤੁਹਾਡੇ ਨਾਲ ਦੇਖਣ ਨੂੰ ਮਿਲਣਗੇ? ਕਿਹੜੀਆਂ ਜਿਹੜੇ ਕੋਈ ਸੱਜੇ ਹੋ ਕੇ ਜਿਹੜੇ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਜਿਹੜੇ ਗੱਲ ਸਾਡੇ ਕੋਲ ਵੀ ਹਮ ਲੋग ਬਾਬਾ ਜੀ ਉਹ ਖੜੇ ਨੇ ਲੁਕਿੰਗ ਆਫਟਰ ਅੰਮ੍ਰਿਤਸਰ। ਮੈਨੂੰ ਕਹਿੰਦੇ ਸੀ ਹੁਣ ਬਾਹਰ ਕੈਂਡੀਡੇਟ ਹੋ ਗਏ ਸਾਡੇ ਕੋਲ। ਸੋ ਆਈ ਸੈਡ ਡਸਨਟ ਮੈਟਰ ਟੂ ਕੀਪ ਦਮ ਔਨ देयर ਵੀ ਵਿਲ ਦੈਨ ਸੈਟੀਸਫੈਕਸ਼ਨ ਕਮੇਟੀ ਬੈਠੇਗੀ, ਦੇ ਵਿਲ ਚੂਜ਼। ਲੇਕਿਨ ਤੁਸੀਂ ਗੱਲ ਕਰ ਰਹੇ ਹੋ ਐਮਐਲਏ ਔਰ ਐਮਪੀ ਜੋ ਸਿਟਿੰਗ ਨੇ, ਉਹ ਉਹਨਾਂ ਦਾ ਪਹਿਲਾਂ ਇਹਨਾਂ ਦਾ ਕੋਡ ਆਫ ਕੰਡਕਟ ਲੱਗਣ ਦਿਓ ਔਰ ਬੱਚਾ ਨਹੀਂ ਤਾਂ ਤੁਹਾਨੂੰ ਪਤਾ ਕੀ ਕਰਨਗੇ। ਉਸ ਦਿਨ ਹੀ ਉਹਨਾਂ ਨੇ ਸਾਰੇ ਫੰਡ ਫੋੜ ਬੰਦ ਕਰ ਦਿੱਤੇ, ਪ੍ਰੋਜੈਕਟ ਬੰਦ ਹੋ ਜਾਣਗੇ। ਜੈਸੇ ਮੇਰੇ ਖਾਤੇ ਪੜਿਆ ਵਿੱਚ ਕੈਪਟਨ ਸਾਹਿਬ ਕਿੰਨੇ ਐਮਐਲਏ ਕਿੰਨੇ ਵੌਇਸਸ ਇਨ ਕਾਂਗਰਸ ਪਾਰਟੀ ਆਫਟਰ ਸਿੱਧੂ ਪਾਕਿਸਤਾਨ ਸਟੇਟਮੈਂਟ ਸਮ ਆਫ ਦ ਲੀਡਰਸ ਹੈਵ ਸਟਾਰਟਡ ਰਿਜ਼ਾਈਨਿੰਗ ਫਰਮ ਦ ਕਾਂਗਰਸ ਪਾਰਟੀ ਫॉर दैट स्टेटमेंट। Will you take those leaders in your party's fold? we will take people who we want to think can fit our ideology and the way they are with us। ਉਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਲੈਣ ਨੂੰ ਤਿਆਰ ਹੈ। ਇਹ ਨਹੀਂ ਕਿ ਜਿਹੜੇ ਕਾਂਗਰਸ ਕਰ ਲੈਣ ਅਸੀਂ ਉਹਦੇ ਸ਼ਾਮਲ ਕਰ ਲਈਏ। we will see। सिद्धू सिंह के 35 मैं क्या कि मैं बदल देने नहीं अपनी सीटा तो क्या है कि 35 से 35 80 लेना चाहिए। मेरे 2-3 क्लिक कल होम मिनिस्टर का बयान बड़े we are with our party and with Sita Sabri party सीट एडजस्टमेंट करा दिया। तो को लेकर कब तक औपचारिक ऐलान होगा? ਕੀ ਕਰਦੇ ਪਏ ਹੋ? Let us get everything. No, it's not a question of. Look, in principle decisions हो गए. Now it is only seat adjustment. Seat adjustment was the people go. Let us our office. ਕੈਪਟਨ ਸਾਹਿਬ I can't tell you number. I can't say कि साढ़े 9-10 होंगे या साढ़े 50 होंगे या 100 होंगे। मैं तो नहीं दस सकता कि मेरी रिक्वेस्ट होगी both parties let us pick winners। अगर ढींसा साहब का विनर है मैं सपोर्ट करूंगा, बीजेपी भी करूंगी आई एम श्योर। अगर बीजेपी का कैंडिडेट है सारे रल के करा, साडा कैंडिडेट होएगा आई एम श्योर उन्होंने रल के सारे रल करें बिकॉज सारे का मुद्दा एक है अब पंजाब जितना एंड पंजाब असीं जितांगे। ਉਧਰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਾਈ ਕੋਰਟ ਵੱਲੋਂ ਲਗਾਤਾਰ ਝਟਕੇ ਮਿਲ ਰਹੇ ਨੇ। ਪਹਿਲਾਂ ਆਰਬਿਟ ਬੱਸ ਤੇ ਹੁਣ ਨਿਊ ਦੀਪ ਬੱਸ ਦੇ ਪਰਮਿਟ ਰੱਦ ਕਰਨ ਦੇ ਫੈਸਲੇ ਨੂੰ ਹਾਈ ਕੋਰਟ ਵੱਲੋਂ ਖਾਰਿਜ ਕਰ ਦਿੱਤਾ ਗਿਆ। ਪੰਜਾਬ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਚਹੇਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਹਾਈ ਕੋਰਟ ਨੇ ਆਰਬਿਟ ਐਵੀਏਸ਼ਨ ਤੋਂ ਬਾਅਦ ਨਿਊ ਦੀਪ ਬੱਸ ਦੇ ਪਰਮਿਟ ਰੱਦ ਕਰਨ ਦਾ ਫੈਸਲਾ ਖਾਰਿਜ ਕਰ ਦਿੱਤਾ ਹੈ। ਹਾਈ ਕੋਰਟ ਵਿੱਚ ਬੱਸ ਮਾਲਕਾਂ ਦੇ ਵਕੀਲ ਨੇ ਕਿਹਾ ਕਿ ਟੈਕਸ ਭਰਨ ਵਿੱਚ ਦੇਰੀ ਹੋਵੇ ਤਾਂ ਜੁਰਮਾਨਾ ਲੈ ਸਕਦੇ ਹੋ, ਪਰ ਪਰਮਿਟ ਰੱਦ ਕਰਨਾ ਸਹੀ ਫੈਸਲਾ ਨਹੀਂ ਹੈ।
ਇਸ ਦਲੀਲ ਤੇ ਹਾਈ ਕੋਰਟ ਨੇ ਸਹਿਮਤੀ ਜਤਾਈ ਹੈ। ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ ਬਣਦਿਆਂ ਹੀ ਬਾਦਲ ਫੈਮਿਲੀ ਅਤੇ ਅਕਾਲੀ ਨੇਤਾਵਾਂ ਦੀਆਂ ਬੱਸਾਂ ਤੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਸੀ। ਟੈਕਸ ਨਾ ਭਰਨ ਦੇ ਬਹਾਨੇ ਉਹਨਾਂ ਦੀਆਂ ਬੱਸਾਂ ਜ਼ਬਤ ਕਰ ਥਾਣੇ ਵਿੱਚ ਖੜੀਆਂ ਕਰ ਦਿੱਤੀਆਂ ਸੀ। ਉਧਰ ਬਦਮਾਸ਼ਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ। ਕ੍ਰਾਈਮ ਦਾ ਗ੍ਰਾਫ ਸ਼ਹਿਰ ਦੇ ਵਿੱਚ ਵੱਧਦਾ ਹੀ ਜਾ ਰਿਹਾ ਹੈ। ਚੰਡੀਗੜ੍ਹ ਦੇ ਵਿੱਚ ਇੱਕ ਆਟੋ ਰਿਕਸ਼ਾ ਦੇ ਘਰ ਦੇ ਬਾਹਰ ਖੜੇ ਆਟੋ ਰਿਕਸ਼ਾ ਨੂੰ ਹੀ ਕੋਈ ਤੋੜ ਗਿਆ। ਸੀਸੀਟੀਵੀ ਕੈਮਰੇ ਦੇ ਵਿੱਚ ਫੁਟੇਜ ਹੈ ਜੋ ਉਹ ਦੇਖੀ ਜਾ ਰਹੀ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਰਿਕਸ਼ਾ ਚਾਲਕ ਦਾ ਜੋ ਮਾਲਕ ਹੈ ਉਹ ਲਗਾਤਾਰ ਗੁਹਾਰ ਲਗਾ ਰਿਹਾ ਹੈ ਕਿ ਇਸ ਤੇ ਸਖਤ ਕਾਰਵਾਈ ਹੋਵੇ। ਬਦਮਾਸ਼ਾਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਗਏ ਨੇ ਕਿ ਇੱਕ ਆਟੋ ਰਿਕਸ਼ਾ ਚਾਲਕ ਦੇ ਘਰ ਦੇ ਬਾਹਰ ਖੜੇ ਆਟੋ ਤੇ ਬਦਮਾਸ਼ਾਂ ਨੇ ਡੰਡੇ ਅਤੇ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਆਟੋ ਰਿਕਸ਼ਾ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਅਤੇ ਬਦਮਾਸ਼ ਮੌਕੇ ਤੋਂ ਫਰਾਰ ਵੀ ਹੋ ਗਏ। ਮਾਮਲਾ ਹੈ ਚੰਡੀਗੜ੍ਹ ਦੇ ਮੌਲੀ ਜਾਗਰਾ ਥਾਣਾ ਖੇਤਰ ਦਾ, ਜਿੱਥੇ ਕਿ ਆਟੋ ਚਾਲਕ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਲੱਗੇ सीसीटीवी कैमरे ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਸ਼ਿਕਾਇਤਕਰਤਾ ਆਟੋ ਚਾਲਕ ਦੇ ਮੁਤਾਬਿਕ ਦੇਰ ਰਾਤ ਤਕਰੀਬਨ 11 ਵਜੇ ਆਟੋ ਘਰ ਦੇ ਬਾਹਰ ਖੜਾ ਸੀ ਕਿ ਕੋਈ ਅਣਪਛਾਤੇ ਵਿਅਕਤੀ ਨੇ ਆਟੋ ਤੇ ਡੰਡਾ ਮਾਰ ਕੇ ਉਸ ਦਾ ਮੇਨ ਫਰੰਟ ਸ਼ੀਸ਼ਾ ਤੋੜ ਦਿੱਤਾ ਅਤੇ ਅਜੇ ਉਹ ਸੌਣ ਹੀ ਜਾ ਰਿਹਾ ਸੀ ਕਿ ਉਸ ਨੂੰ ਕੰਚ ਟੁੱਟਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨੂੰ ਸੁਣ ਕੇ ਜਦੋਂ ਉਹ ਬਾਹਰ ਆਇਆ ਤਾਂ ਉਸਨੇ ਵੇਖਿਆ ਕਿ ਆਟੋ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਇਸ ਦੀ ਜਾਣਕਾਰੀ ਉਸਨੇ ਪੁਲਿਸ ਨੂੰ ਫੋਨ ਤੇ ਦਿੱਤੀ। अनिल कुमार है और मैं चंडीगढ़ में एक ऑटो रिक्शा ड्राइवर हूँ। देर रात मेरा ऑटो मेरे घर के सामने, मेरा घर है, घर के सामने ऑटो खड़ा था। 11:30 बजे लगभग किसी अज्ञात शख्स ने ऑटो के ऊपर डंडा मारा और मेरा जो शीशा है मेन वो टूट गया था। एक ये लाइट थी वो भी टूट गई थी, जो कि मैं लाइट और ये शीशा नया डलवा के लाया हूँ। और यहाँ पर काफ़ी ढूंढने की कोशिश करी पर वो मिले नहीं और मैंने चंडीगढ़ पुलिस को भी इत्तला दी। मेरी चंडीगढ़ के वरिष्ठ और सीनियर अधिकारियों से यही रिक्वेस्ट है कि मौली जागरा में गश्त बढ़ाई जाए ताकि जो और नुकसान कर रहे हैं गाड़ियों का उन पर लगाम लग सके। और इससे पहले भी गाड़ियों के शीशे तोड़े गए हैं, तो हम मध्यवर्गीय परिवारों को गुजारा करना मुश्किल होता है जब इतना बड़ा नुकसान हो जाता है। तो मैं चंडीगढ़ पुलिस से उम्मीद करता हूँ कि इन पर लगाम लगाए और गश्त बढ़ाएंगे। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸ਼ਹਿਰ ਦੇ ਵਿੱਚ ਹੋ ਰਹੀਆਂ ਵਾਹਨਾਂ ਦੀਆਂ ਚੋਰੀਆਂ ਨੂੰ ਵੇਖਦੇ ਹੋਏ ਐਸਐਸਪੀ ਚੰਡੀਗੜ੍ਹ ਕੁਲਦੀਪ ਚਹਿਲ ਨੇ ਸਾਰੇ ਥਾਣਾ ਮੁਖੀਆਂ ਨੂੰ ਆਪਣੇ ਖੇਤਰ ਦੇ ਵਿੱਚ ਦੇਰ ਰਾਤ ਪੈਟਰੋਲਿੰਗ ਕਰਨ ਅਤੇ ਨਾਕੇ ਲਗਾ ਕੇ ਅਜਿਹੇ ਸ਼ਰਾਰਤੀ ਤੱਤਾਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਸੁੱਟਣ ਦੀ ਹਦਾਇਤ ਦਿੱਤੀ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਉਧਰ ਚੰਡੀਗੜ੍ਹ ਦੇ ਵਿੱਚ ਧਰਨੇ ਪ੍ਰਦਰਸ਼ਨਾਂ ਦਾ ਦੌਰ ਵੀ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਸੀਟੀਯੂ ਵਰਕਰਸ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਭੁੱਖ ਹੜਤਾਲ ਵੀ ਕੀਤੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਪ੍ਰਸ਼ਾਸਨ ਵੱਲੋਂ ਮੰਨਿਆ ਹੀ ਨਹੀਂ ਜਾ ਰਿਹਾ। ਕਿਲੋਮੀਟਰ ਸਕੀਮ ਦੇ ਤਹਿਤ ਚਲਾਈਆਂ ਜਾ ਰਹੀਆਂ ਬੱਸਾਂ ਦਾ ਸੀਟੀਯੂ ਵਰਕਰ ਯੂਨੀਅਨ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਬਾਵਜੂਦ ਇਸ ਦੇ ਪ੍ਰਸ਼ਾਸਨ ਇਹਨਾਂ ਵਰਕਰਾਂ ਦੀਆਂ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ ਤੇ ਇਸ ਦੇ ਚਲਦੇ ਹੀ ਯੂਨੀਅਨ ਦੇ ਵਰਕਰ ਭੁੱਖ ਹੜਤਾਲ ਤੇ ਬੈਠ ਗਏ ਨੇ ਅਤੇ ਇਹ ਭੁੱਖ ਹੜਤਾਲ ਲੜੀਵਾਰ ਚੱਲੇਗੀ ਤੇ ਸੀਟੀਯੂ ਦੇ ਵਰਕਰ ਸੋਮਵਾਰ ਤੋਂ ਇਸ ਭੁੱਖ ਹੜਤਾਲ ਤੇ ਬੈਠੇ ਨੇ, ਜਿਸ ਦੇ ਤਹਿਤ ਸੀਟੀਯੂ ਵਰਕਰ ਯੂਨੀਅਨ ਦੇ 5 ਕਰਮਚਾਰੀ ਰੋਜ਼ਾਨਾ ਭੁੱਖ ਹੜਤਾਲ ਤੇ ਬੈਠਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਨੇ ਤੇ ਇਸ ਦੇ ਬਾਵਜੂਦ ਚੰਡੀਗੜ੍ਹ ਪ੍ਰਸ਼ਾਸਨ ਕੋਈ ਫੈਸਲਾ ਨਹੀਂ ਲੈ ਰਿਹਾ ਤੇ ਪ੍ਰਸ਼ਾਸਨ ਦੇ ਕੋਲ ਬਜਟ ਵੀ ਹੈ ਤੇ ਸੀਟੀਯੂ ਦੇ ਬੇੜੇ 'ਚ ਜੋ 417 ਬੱਸਾਂ ਨੂੰ ਲਿਆਂਦਾ ਜਾਣਾ ਚਾਹੀਦਾ ਸੀ ਉਹ ਬੱਸਾਂ ਅਜੇ ਤੱਕ ਪੁਰਾਣੀਆਂ ਬੱਸਾਂ ਦੇ ਕੰਡਮ ਹੋਣ ਦੇ ਚਲਦੇ ਵੀ ਨਹੀਂ ਲਿਆਂਦੀਆਂ ਗਈਆਂ ਤੇ ਅਜਿਹਾ ਨਾ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਪ੍ਰਾਈਵੇਟ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦਾ ਹੈ ਕਿਉਂਕਿ ਜੋ ਬੱਸਾਂ ਸੀਟੀਯੂ ਦੇ ਬੇੜੇ ਵਿੱਚ ਸ਼ਾਮਲ ਹੋਣੀਆਂ ਚਾਹੀਦੀਆਂ ਸੀ ਉਹ ਬੱਸਾਂ ਬੇੜੇ ਵਿੱਚ ਸ਼ਾਮਲ ਨਹੀਂ ਕੀਤੀਆਂ ਗਈਆਂ ਤੇ ਜੇ ਹਾਲਾਤ ਅਜਿਹੇ ਹੀ ਰਹੇ ਤਾਂ ਉਹ ਆਪਣਾ ਧਰਨਾ ਮੁਜ਼ਾਹਰਾ ਹੋਰ ਵੀ ਤੇਜ਼ ਕਰਨਗੇ। ਅਸੀਂ ਜਿਹੜੀਆਂ ਸਾਡੀਆਂ ਸੀਟੀਯੂ ਦੀਆਂ 417 ਬੱਸਾਂ ਦਾ ਫਲੀਟ ਹੈ ਜਿਹੜਾ ਉਹਦੇ ਅਸੀਂ ਪੂਰਾ ਕਰਾਉਣ ਦੀ ਮੰਗ ਦੇ ਉੱਤੇ ਲੱਗੇ ਹੋਏ ਆ।
ਹੁਣ ਪ੍ਰਸ਼ਾਸਨ ਦੇ ਅਸੀਂ ਜਿਹੜਾ 41 ਬੱਸਾਂ ਦਾ ਸਾਡਾ ਤਾਂ ਇੱਕ ਟੈਂਡਰ ਹੋਇਆ ਸੀ, ਉਹਦੇ ਵਿੱਚ ਇਹਨੇ 50-50 ਗੱਡੀਆਂ ਕਰਤੀਆਂ। 20 ਗੱਡੀਆਂ ਕਿਲੋਮੀਟਰ ਸਕੀਮ ਦੇ ਵਿੱਚ ਪ੍ਰਾਈਵੇਟ ਏਜੰਸੀ ਤੋਂ ਹਾਇਰ ਕਰਕੇ ਇੱਥੇ ਚਲਾਉਣਾ ਚਾਹੁੰਦੇ ਨੇ, ਜਦੋਂ ਕਿ ਸੈਂਟਰ ਗਵਰਨਮੈਂਟ ਵੱਲੋਂ ਸਾਨੂੰ ਆਲਰੇਡੀ ਪਹਿਲਾਂ ਹੀ ਜਿਹੜਾ 21 ਕਰੋੜ ਰੁਪਏ ਦਾ ਬਜਟ ਹੈ ਇਹਨਾਂ ਗੱਡੀਆਂ ਦੇ ਲਈ, ਜਿਹੜੀਆਂ ਗੱਡੀਆਂ ਕੰਡਮ ਹੋਈਆਂ ਨੂੰ ਬਦਲਣ ਲਈ ਮਿਲਿਆ ਹੋਇਆ। ਪਰ ਜਿਹੜੇ ਇੱਥੋਂ ਦੇ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਅਧਿਕਾਰੀ ਨੇ, ਇਹ ਇੱਥੇ ਕਿਤੇ ਨਾ ਕਿਤੇ ਆਪਣੇ ਚੇਤੇ ਠੇਕੇਦਾਰ ਨੂੰ ਅੱਗੇ ਲੈ ਕੇ ਲਾਉਣਾ ਚਾਹੁੰਦੇ ਨੇ, ਜਿਹੜੇ ਕਿ ਜਿਨ੍ਹਾਂ ਦੇ ਵਿੱਚ ਹੋ ਸਕਦਾ ਹੈਗਾ ਕਿ ਇਹਨਾਂ ਦੀ ਵੀ ਵਿੱਚ ਨਾ ਕੋਈ ਜਿਹੜਾ ਸ਼ੇਅਰ ਹੋ ਸਕਦਾ ਹੈਗਾ, ਜਿਹੜੇ ਕਰ ਰਹੇ ਨੇ ਇੱਥੇ। ਅਸੀਂ ਬਾਰ-ਬਾਰ ਇਸ ਗੱਲ ਦੀ ਮੰਗ ਕਰ ਰਹੇ ਹਾਂ ਕਿ ਜਦੋਂ ਪ੍ਰਸ਼ਾਸਨ ਦੇ ਕੋਲੇ ਇਹਨਾਂ ਗੱਡੀਆਂ ਦਾ ਬਜਟ ਪਿਆ ਆ, ਇਹ ਗੱਡੀਆਂ ਕੰਡਮ ਨੇ, ਸਾਡੇ ਕੋਲ ਚਲਾਉਣ ਵਾਲੇ ਸਾਥੀ ਨੇ, ਤਾਂ ਇਹ ਗੱਡੀਆਂ ਸਾਨੂੰ ਸਾਡੀ CTU ਦੇ ਬੇੜੇ ਵਿੱਚ ਦਰਜ ਕੀਤੀਆਂ ਜਾਣ, ਲਿਆਈਆਂ ਜਾਣ। ਪਰ ਪ੍ਰਸ਼ਾਸਨ ਬਿਲਕੁਲ ਇਸ ਤੋਂ ਟਸ-ਮਸ ਨਹੀਂ ਹਾਲੇ ਤੱਕ ਹੋ ਰਿਹਾ। ਇਸ ਕਰਕੇ ਅਸੀਂ ਇਹ ਲੜੀਵਾਰ ਜਿਹੜੀ ਇੱਥੇ ਭੁੱਖ ਹੜਤਾਲ ਸਟਾਰਟ ਕੀਤੀ ਹੈ। ਅੱਜ ਸਾਡੀ ਇਹ ਭੁੱਖ ਹੜਤਾਲ ਸਵੇਰੇ 6 ਵਜੇ ਤੋਂ ਸਟਾਰਟ ਹੈ, 3:30-4 ਵਜੇ ਤੱਕ ਅਸੀਂ ਇਸ ਤਰ੍ਹਾਂ ਭੁੱਖ ਹੜਤਾਲ ਚਲਾਵਾਂਗੇ। ਉਹ ਤੋਂ ਬਾਅਦ ਜਿਹੜੇ ਸਾਡੇ ਪ੍ਰੋਟੈਸਟ ਹੈ ਅਗਲੇ, ਉਹਨਾਂ ਦੇ ਉੱਤੇ ਆਪਣੀ ਵਿਉਂਤਬੰਦੀ ਕਰਾਂਗੇ। ਜੇ ਇਹਨਾਂ ਨੇ ਟੈਂਡਰ ਰੱਦ ਨਾ ਕੀਤਾ ਤਾਂ ਸਿਟੀ ਦੇ ਵਿੱਚ ਇੱਕ ਵੱਡੀ ਜਿਹੜੇ ਐਕਸ਼ਨ ਹੈ ਉਹਦੀ ਅਸੀਂ ਤਿਆਰੀ ਦੇ ਵਿੱਚ ਜਾਵਾਂਗੇ, ਜੇ ਇਹ ਆਪਣੇ ਸਟੈਂਡ ਤੋਂ ਪਿੱਛੇ ਨਾ ਹਟੇ। ਕੰਪਲੀਟ ਤੌਰ ਦੇ ਉੱਤੇ ਪ੍ਰਾਈਵੇਟੇਸ਼ਨ ਦੇ ਉੱਤੇ ਜੋ ਟੈਂਡਰ ਹੋਣ ਜਾ ਰਿਹਾ ਇਹ ਰੱਦ ਨਹੀਂ ਕਰਦੀ ਸਰਕਾਰ ਔਰ CTU ਦੀ ਗੱਡੀਆਂ ਨਹੀਂ ਮੰਗਾਦੀ, ਉਦੋਂ ਤੱਕ ਜਿਹੜੀ ਲੜਾਈ ਹੈ ਉਹ ਜਾਰੀ ਰਹੇਗੀ। ਔਰ ਜਿਹੜੇ ਇਹਦੇ ਪ੍ਰਣਾਮ ਹੈ ਲੜਾਈ ਦੇ ਜੋ ਵੀ ਹੋਣਗੇ, ਉਹਦਾ ਖਮਿਆਜਾ ਜਿਹੜਾ ਉਹਦੇ ਲਈ ਅਸੀਂ ਜ਼ਿੰਮੇਵਾਰ ਨਹੀਂ, ਉਹ ਚੰਡੀਗੜ੍ਹ ਪ੍ਰਸ਼ਾਸਨ CTU ਮੈਨੇਜਮੈਂਟ ਜਿਹੜੀ ਉਹਦੀ ਜ਼ਿੰਮੇਵਾਰ ਹੋਏਗੀ। ਇਹ ਜੋ ਵੀ ਨੁਕਸਾਨ ਹੋਣਾ ਹੈ ਵਰਕਰਾਂ ਦਾ ਹੋਣਾ ਜਾਂ ਕੋਈ ਆਪਣਾ ਫਾਈਨੈਂਸ਼ੀਅਲ ਕੋਈ ਲਾਸ ਹੁੰਦਾ, ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੈ, ਕਿਉਂਕਿ ਪ੍ਰਸ਼ਾਸਨ ਸਿੱਧੇ ਪਾਸੇ ਨੂੰ ਆਪਣੀ ਗੱਲਬਾਤ ਨਾ ਕਰਕੇ CTU ਨੂੰ ਘਾਟੇ ਸਰ ਜਿਹੜੀਆਂ ਨੀਤੀਆਂ ਉਹਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ। ਜਦ ਕਿ ਆਪਾਂ ਨੂੰ ਪਤਾ ਹੈ, ਸਾਨੂੰ ਇਹ ਗੱਲ ਕਹੀ ਗਈ ਹੈ ਕਿ ਅੱਜ ਜਿਹੜਾ ਕੋਡ ਆਫ ਕੰਡਕਟ ਲੱਗਿਆ, ਜੇ ਕੋਡ ਆਫ ਕੰਡਕਟ ਦੇ ਵਿੱਚ ਹੋਰ ਕੰਮ ਨਹੀਂ ਹੋ ਸਕਦੇ ਤਾਂ ਟੈਂਡਰ ਕਿਵੇਂ ਹੋ ਸਕਦਾ ਹੈ? ਤਾਂ ਟੈਂਡਰ ਵੀ ਨਹੀਂ ਹੋਣਾ ਚਾਹੀਦਾ। ਸਾਨੂੰ ਇੱਥੋਂ ਤੱਕ ਵੀ ਕਹਿਤਾ ਕਿ ਕੋਡ ਆਫ ਕੰਡਕਟ ਲੱਗਿਆ ਹੋਇਆ, ਇਹਦੇ 'ਚ ਐਡਵਾਈਜ਼ਰ ਸਾਹਿਬ ਜਾਂ ਗਵਰਨਰ ਸਾਹਿਬ ਨਾਲ ਮੀਟਿੰਗ ਨਹੀਂ ਮਿਲ ਸਕਦੀ। ਅਸੀਂ ਇੱਥੋਂ ਚੇਤੇ ਕਰਾਉਣਾ ਚਾਹੁੰਦੇ ਹਾਂ, ਜੋ ਕੋਈ ਵੀ CTU ਦੇ ਪ੍ਰੋਗਰਾਮ ਹੈ ਜਾਂ ਮੁਲਾਜ਼ਮਾਂ ਜਥੇਬੰਦੀਆਂ ਦੇ ਲਗਾਤਾਰ ਪ੍ਰੋਗਰਾਮ ਚੱਲਦੇ ਹੈ, ਉਹਦੇ ਵਿੱਚ ਉਹ ਜਿਹੜਾ ਪ੍ਰਸ਼ਾਸਨ ਉਹ ਫੈਸਲਾ ਕਰ ਸਕਦਾ, ਕੋਈ ਹਿੱਚ ਨਹੀਂ ਹੈ। ਇਹ ਸਿਰਫ ਤੋਂ ਸਿਰਫ ਸਾਨੂੰ ਇੱਕ ਇਹ ਸੋਚਦੇ ਆ ਵੀ ਇਹਨਾਂ ਨੂੰ ਕੁਝ ਪਤਾ ਨਹੀਂ ਹੈ, ਇਹ ਭੁੱਲ ਜਾਣਾ ਚਾਹੀਦਾ। ਜੇ ਟੈਂਡਰ ਕਰ ਸਕਦੇ ਇਹਨਾਂ ਨੂੰ ਇਹ ਨਹੀਂ ਪਤਾ, ਜੇ ਸਾਡੀ DPC ਰੋਕੀ ਸੀ ਉਹ ਵੀ ਕਰ ਸਕਦੇ ਸੀ, ਉਹ ਕਿਉਂ ਨਹੀਂ ਕਰਦੇ ਜਦ ਕਿ ਸਾਰਾ ਕੁਝ ਹੋਇਆ ਪਿਆ। ਸਿਰਫ ਤੋਂ ਸਿਰਫ ਇਹ ਹੈ ਵੀ ਇਸ ਕੰਮ ਨੂੰ ਕਿਵੇਂ ਡੈਫਰ ਕਰਨਾ ਹੈ, ਪਰ ਸਾਨੂੰ ਇਸ ਗੱਲ ਦੇ ਬਾਰੇ ਬੜੀ ਆਪਣੀ ਯੋਜਨਾਬੰਦ ਤਰੀਕੇ ਨਾਲ ਪਤਾ ਕਿ ਅਸੀਂ ਕੀ ਕਰਨਾ ਹੈ। ਸਰਕਾਰ ਆਪਣਾ ਕੰਮ ਕਰ ਰਹੀ ਹੈ, ਅਸੀਂ ਆਪਣਾ ਕੰਮ ਕਰ ਰਹੇ ਹਾਂ। ਜਗਬਾਣੀ TV ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਕੋਰੋਨਾ ਦੌਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ 16 ਦੇ ਹਸਪਤਾਲ ਦੇ ਵਿੱਚ ਕੰਮ ਕੀਤਾ ਸੀ। 16 ਦੇ ਵਿੱਚ ਜੋ ਸਰਕਾਰੀ ਹਸਪਤਾਲ ਹੈ, ਉਸ ਦੌਰਾਨ ਆਊਟਸੋਰਸ ਕਰਮਚਾਰੀ ਭਰਤੀ ਕੀਤੇ ਗਏ ਸਨ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕੱਢ ਦਿੱਤਾ ਗਿਆ। ਹੁਣ ਪਿਛਲੇ 40 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਨੇ ਕਿ ਉਹਨਾਂ ਨੂੰ ਮੁੜ ਕੰਮ ਤੇ ਰੱਖਿਆ ਜਾਵੇ, ਪਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ, ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਆਪਣਾ ਪ੍ਰਦਰਸ਼ਨ ਹੋਰ ਤੇਜ਼ ਕਰ ਦਿੱਤਾ ਗਿਆ। बहाल करो, बहाल करो, बहाल करो, सत्ती बहाल करो, बहाल करो, बहाल करो, प्रशासनिक बंद करो, बंद करो, बंद करो, प्रशासनिक नहीं चलेगी, नहीं चलेगी, नहीं चलेगी, नहीं चलेगी, नहीं चलेगी, प्रशासनिक हाय 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 हाय, जिंदाबाद, जिंदाबाद। 40 ਦਿਨਾਂ ਤੋਂ ਨੈਸ਼ਨਲ ਹੈਲਥ ਕਮਿਸ਼ਨ ਦੇ ਸਾਡੇ ਮੁਲਾਜ਼ਮ ਸੈਕਟਰ ਸੋਰਾ ਹਸਪੀਟਲ ਤੇ ਅਲੱਗ-ਅਲੱਗ ਲਾਈਟ ਡਿਸਪੈਂਸਰੀ ਦੇ ਕੰਮ ਕਰਦੇ ਸੀ। ਇਹਨਾਂ ਮੁਲਾਜ਼ਮਾਂ ਨੂੰ ਇੱਕ ਪੈਂਦੀ ਨੋਕ ਤੇ ਹੀ ਡਾਇਰੈਕਟਰ ਹੈਲਥ ਸੈਕਟਰੀ ਵੱਲੋਂ ਕੱਢ ਕੇ ਰੱਖ ਦਿੱਤਾ ਆ। ਉਹ ਸਾਡੀ 40 ਦਿਨਾਂ ਤੋਂ ਮੰਗ ਚੱਲ ਰਹੀ ਆ। ਅੱਜ ਸੰਯੁਕਤ ਕਰਮਚਾਰੀ ਮੋਰਚੇ ਵੱਲੋਂ ਅੱਜ ਜਿਹੜਾ ਵੱਡਾ ਪ੍ਰਦਰਸ਼ਨ ਕਰਕੇ ਮੈਡਮ ਜਿਹੜੀ ਡਾਇਰੈਕਟਰ ਆ ਉਹਦਾ ਹੀ ਘਿਰਾਓ ਕਰਨ ਜਾ ਰਹੇ ਆ। ਅੱਜ ਦੇ ਵਿੱਚ ਮੰਗ ਇੱਕੋ ਹੈ ਸਾਡੀ, ਜਿਹੜੇ 178 ਸਾਥੀ ਸਾਡੇ NFJ ਦੇ ਬਾਹਰ ਕੱਢੇ ਨੇ, ਉਹਨਾਂ ਨੂੰ ਫੌਰੀ ਤੌਰ ਤੇ ਨੌਕਰੀ ਤੇ ਲਿਆ ਜਾਵੇ। ਸੰਯੁਕਤ ਕਰਮਚਾਰੀ ਨੇ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਦੂਜਾ ਫੈਸਲਾ ਕਰਨਾ ਹੈ। ਜੇਕਰ ਅੱਜ ਦੀ ਡੇਟ ਦੇ ਵਿੱਚ ਇਹਨਾਂ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਖਤ ਐਕਸ਼ਨ ਲਿਆ ਜਾਏਗਾ। ਉਹਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੋਏਗੀ ਡਾਇਰੈਕਟਰ ਹੈਲਥ ਸੁਮਨ ਸਿੰਘ ਦੀ ਹੋਏਗੀ, ਇਹਨਾਂ ਮੁਲਾਜ਼ਮਾਂ ਦੀ ਕੋਈ ਜ਼ਿੰਮੇਵਾਰੀ नहीं होगी। सर, ये NHM कर्मचारियों को जो बर्खास्त किया है उनको बहाली के लिए है। अगर ये जल्दी से इनको बहाल नहीं किया गया तो माहौल और ख़राब होगा। सारे हॉस्पिटल और डिस्पेंसरियाँ बंद होंगी, अदर्स डिपार्टमेंट जितने हैं वो बंद होंगे। आज तो सिर्फ सिंबॉलिक प्रोग्राम हमने दिया है सिर्फ अल्टीमेटम के लिए। अगर उनको जल्दी से ड्यूटी पर नहीं चढ़ाया गया तो ये बहुत बड़े प्रदर्शन में बदलेगा और हड़ताल की जरूरत पड़ेगी तो हम सभी हड़ताल के लिए भी उतरेंगे। 7ਵੇਂ ਪੇ ਕਮਿਸ਼ਨ ਨੂੰ ਲੈ ਕੇ ਟੀਚਰਸ ਵੱਲੋਂ ਵੀ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਹੁਣ ਇਹ ਅਧਿਆਪਕ ਨੇ ਜੋ ਭੁੱਖ ਹੜਤਾਲ ਤੇ ਉਤਰ ਆਏ ਨੇ, ਉਹਨਾਂ ਨੇ ਭੁੱਖ ਹੜਤਾਲ ਕੀਤੀ ਤਾਂ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਮੰਨੇ। मुर्दाबाद 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 मुर्दाबाद
कमीशन लागू करो, 7 पे कमीशन लागू करो, साडा हक गप्पी सरकार हाय हाय, 7 पे कमीशन लागू करो। 7ਵਾਂ ਤਨਖਾਹ ਕਮਿਸ਼ਨ ਲਾਗੂ ਨਾ ਕੀਤੇ ਜਾਣ ਦੇ ਚਲਦੇ ਹੁਣ ਚੰਡੀਗੜ੍ਹ ਦੇ ਸਾਰੇ ਕਾਲਜਾਂ ਦੇ ਵਿੱਚ ਟੀਚਰ ਧਰਨੇ ਤੇ ਬੈਠ ਗਏ ਨੇ ਤੇ ਨਾਲ-ਨਾਲ ਡੀਏਵੀ ਕਾਲਜ ਦੇ ਵਿੱਚ ਟੀਚਰ ਭੁੱਖ ਹੜਤਾਲ ਤੇ ਵੀ ਬੈਠੇ ਨੇ। 7ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਵੱਲੋਂ ਲਗਾਤਾਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਅਤੇ ਭੁੱਖ ਹੜਤਾਲ ਵੀ ਕੀਤੀ ਗਈ ਸੀ। ਇਸ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਨਾਲ ਗੱਲਬਾਤ ਵੀ ਹੋਈ, ਲੇਕਿਨ ਇਸ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਿਆ। ਇਸ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਡੀਏਵੀ ਕਾਲਜ ਦੇ ਟੀਚਰ ਭੁੱਖ ਹੜਤਾਲ ਤੇ ਬੈਠੇ ਨੇ, ਜਿਨ੍ਹਾਂ ਦੇ ਮੁਤਾਬਿਕ ਉਹ ਲਗਾਤਾਰ ਆਪਣੀਆਂ ਮੰਗਾਂ ਨੂੰ ਸਰਕਾਰ ਦੇ ਸਾਹਮਣੇ ਉਠਾ ਰਹੇ ਨੇ, ਲੇਕਿਨ ਪੰਜਾਬ ਸਰਕਾਰ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ ਤੇ ਟੀਚਰ ਜੇ ਧਰਨੇ ਤੇ ਬੈਠਣਗੇ ਤਾਂ ਬੱਚਿਆਂ ਦਾ ਭਵਿੱਖ ਕਿਵੇਂ ਸਵਰੇਗਾ। ਜਿਹੜਾ ਸਾਡਾ ਸਟੇਟ ਪੰਜਾਬ ਹੈ, ਬੇਸਿਕਲੀ ਜਿਹੜੀ ਅੱਜ ਅਸੀਂ ਲੜਾਈ ਜਿਹੜੀ ਲੜ ਰਹੇ ਹਾਂ, ਜਿਸ ਦੌਰ ਤੇ ਅਸੀਂ ਪਹੁੰਚੇ ਹਾਂ, ਇਹ ਇਕੱਲੇ ਟੀਚਰ ਦੇ ਸਕੇਲ ਦੀ ਲੜਾਈ ਨਹੀਂ ਰਹੇਗੀ, ਇਹ ਪੰਜਾਬ ਸਟੇਟ ਨੂੰ ਬਚਾਉਣ ਦੀ ਲੜਾਈ ਹੈ। ਜੇਕਰ ਟੀਚਰ ਨਹੀਂ ਹੋਣਗੇ, ਜੇਕਰ ਸਾਡਾ ਯੂਥ ਦਾ ਫਿਊਚਰ ਕਿੱਦਾਂ ਬਣੇਗਾ। ਅਸੀਂ ਅੱਜ ਜਿਹੜੀ ਜਿਵੇਂ ਮੀਨਸ ਪਹਿਲਾਂ ਵੀ ਡਿਸਕਸ਼ਨ ਹੋ ਚੁੱਕੀ ਹੈ, ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਨੌਲੇਜ ਇਕੋਨਮੀ ਦੀ ਗੱਲ ਕਰਦੇ ਹਾਂ, ਉਹ ਕਿੱਥੋਂ ਪ੍ਰੋਡਿਊਸ ਹੋ ਰਹੀ ਹੈ। ਕੋਈ ਵੀ ਇਕੋਨਮੀ ਹੈ ਉਹ ਮੀਨਸ ਲਾਈਕ ਐਜੂਕੇਸ਼ਨ ਤੋਂ ਹੀ ਸਟਾਰਟ ਹੁੰਦੀ ਹੈ। ਚਾਹੇ ਉਹ ਮੀਨਸ ਲਾਈਕ ਗ੍ਰੀਨ ਰੈਵੋਲੂਸ਼ਨ ਆਈ ਕਿੱਥੋਂ ਆਈ, ਕਿਸਨੇ ਦਿੱਤੀ, ਸਾਇੰਟਿਸਟ ਨੇ ਦਿੱਤੀ। ਵਾਈਟ ਰੈਵੋਲੂਸ਼ਨ ਆਈ ਕਿੱਥੋਂ ਆਈ, ਸਾਇੰਟਿਸਟ ਨੇ ਦਿੱਤੀ। ਬਲੂ ਰੈਵੋਲੂਸ਼ਨ ਆਈ ਕਿੱਥੋਂ ਆਈ, ਸਾਇੰਟਿਸਟ ਨੇ ਦਿੱਤੀ। ਸੋ ਕਿਸੇ ਤਰ੍ਹਾਂ ਦੀ ਵੀ ਜੇ ਰੈਵੋਲੂਸ਼ਨ ਸਟਾਰਟ ਹੋਈ ਹੈ, ਉਹ ਐਜੂਕੇਸ਼ਨ ਤੋਂ ਸਟਾਰਟ ਹੋਈ ਹੈ, ਉਹ ਟੀਚਰ ਤੋਂ ਸਟਾਰਟ ਹੋਈ ਹੈ, ਉਹ ਸਾਇੰਟਿਸਟ ਤੋਂ ਸਟਾਰਟ ਹੋਈ ਹੈ। ਅੱਜ ਦੇ ਦਿਨ ਸਾਡੇ ਐਮੀਨੈਂਟ ਸਾਇੰਟਿਸਟ ਪ੍ਰੋਫੈਸਰ HS ਕਿੰਗਰਾ PAU ਦੇ ਸਾਇੰਟਿਸਟ ਨੇ, ਉਹ ਮਰਨ ਵਰਤ ਤੇ ਬੈਠੇ ਹੋਏ ਆ। ਅੱਜ 6ਵਾਂ ਦਿਨ ਹੈ ਉਹਨਾਂ ਦੇ ਮਰਨ ਵਰਤ ਦਾ, ਔਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਹੈ। ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਰਕਾਰ ਚਾਹੁੰਦੀ ਕੀ ਹੈ। ਜੇਕਰ ਅਸੀਂ ਕਿਸੇ ਸਟੇਟ ਨੂੰ ਬਚਾਉਣਾ ਹੈ ਕਿ ਅਸੀਂ ਐਜੂਕੇਸ਼ਨ ਤੋਂ ਬਗੈਰ ਜਾਂ ਹੈਲਥ ਤੋਂ ਬਗੈਰ ਕਿਸੇ ਸਟੇਟ ਨੂੰ, ਕਿਸੇ ਨੇਸ਼ਨ ਨੂੰ ਬਚਾ ਸਕਦੇ ਹਾਂ, ਕਿ ਅਸੀਂ ਉਸ ਦੀ ਗਰੋਥ ਜਿਹੜੀ ਉਹ ਕਰ ਸਕਦੇ ਹਾਂ। ਜੇ ਮੈਂ ਇਹ ਸੋਚਦਾ ਕਿ ਜੇਕਰ ਐਜੂਕੇਸ਼ਨ ਨਹੀਂ ਹੋਏਗੀ, ਹੈਲਥ ਵੀ ਤਾਂ ਹੀ ਆਏਗੀ ਜੇ ਐਜੂਕੇਸ਼ਨ ਹੋਏਗੀ। ਡਾਕਟਰ ਵੀ ਅਸੀਂ ਪ੍ਰੋਡਿਊਸ ਕਰਨੇ ਹੈ। ਸਭ ਤੋਂ ਪਹਿਲਾਂ ਜੇਕਰ ਐਜੂਕੇਸ਼ਨ ਹੋਏਗੀ ਤਾਂ ਹੀ ਕੋਈ ਸਟੇਟ ਜਿਹੜੀ ਉਹ ਅੱਗੇ ਜਾਏਗੀ, ਅਦਰਵਾਈਜ਼ ਉਹ ਨਹੀਂ ਜਾ ਸਕੇਗੀ। ਜਿਹੜਾ ਸਾਡੇ ਸਪੇਸ ਸਕੇਲ ਦੀ ਗੱਲ ਹੈ, ਅਸੀਂ ਉਦੋਂ ਮੰਗ ਰਹੇ ਜਦੋਂ ਇੰਡੀਆ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਮਿਲ ਚੁੱਕੇ ਹੈ। ਔਰ ਇਹ ਕਦੋਂ ਡਿਊ ਹੈ? 1 ਜਨਵਰੀ 2016 ਤੋਂ ਡਿਊ ਹੈ। ਅਸੀਂ 6 ਸਾਲ ਬਾਅਦ ਮੰਗ ਰਹੇ ਕਿ ਅਸੀਂ 6 ਸਾਲ ਬਾਅਦ ਵੀ ਹੱਕਦਾਰ ਨਹੀਂ ਹੈਗੇ ਇਸ ਲਈ। ਔਰ ਜਿਹੜੀ ਗਰੀਬ ਤੋਂ ਗਰੀਬ ਸਟੇਟ ਹੈ ਇੰਡੀਆ ਦੀ, ਉਹ ਵੀ ਪੇ ਸਕੇਲ ਦੇ ਚੁੱਕੀ ਹੈ। ਇਹ ਪੰਜਾਬ ਜਿਹਨੂੰ ਅਸੀਂ ਸੋਨੇ ਦੀ ਚੜੀ ਕਹਿੰਦੇ ਸੀਗੇ, ਇਹ ਪੋਲੀਟੀਸ਼ੀਅਨਸ ਨੇ, ਇਹ ਸਾਡੀ ਪੋਲੀਟਿਕਸ ਨੇ, ਪੋਲੀਟੀਕਲ ਸਿਸਟਮ ਨੇ ਉਸ ਨੂੰ ਲਿਆ ਕੇ ਕਿੱਥੇ ਖੜਾ ਕਰਤਾ ਹੈ। ਔਰ ਇਹ ਸਿਰਫ ਜਿਹੜੇ ਈਵਨ 6 ਪੇ ਕਮਿਸ਼ਨ ਜਿਹੜਾ ਦੂਜੇ EMPLOYEES ਨੂੰ ਮਿਲਦਾ, ਉਹ ਵੀ ਇੰਪਲੀਮੈਂਟ ਹੋ ਚੁੱਕਿਆ ਹੈ। ਸਭ ਪਹਿਲੀ ਗੱਲ ਹੈ, ਝੂਠੇ ਲਾਰੇ ਸਰਕਾਰ ਹੈ, ਇਹ ਗੱਪੀ ਸਰਕਾਰ ਹੈ, ਇਹ ਨਿਕੰਮੀ ਸਰਕਾਰ ਹੈ। ਜੋ ਸਾਰੇ ਸਟੇਟਾਂ ਨੇ ਪੇ ਕਮਿਸ਼ਨ ਲਾਗੂ ਕਰਤਾ, ਇੱਕ ਪੰਜਾਬ ਜਿਹੜਾ ਕਿ ਬਾਕੀ ਰੇਤਾਂ ਲਾ ਲਓ, ਇਹ ਲਾ ਲਓ, ਇਹ ਸਸਤਾ ਕਰਤਾ, ਬਿਜਲੀ ਸਸਤੀ ਕਰਤੀ, 20-22 ਟੀਚਰਾਂ ਜਿਹੜੇ ਇਗਨੋਰ ਕਰੀ ਜਾਂਦੇ ਆ, ਇਹਨਾਂ ਵਾਸਤੇ ਬਹੁਤ ਮਾੜੀ ਗੱਲ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ 20-22 ਟੀਚਰ ਇਹਨਾਂ ਨੂੰ ਕਿੰਨਾ ਫਰਕ ਪਾਉਣਗੇ। ਇਹ ਲਾਰੇ ਸਰਕਾਰ ਹੈ, ਝੂਠੀ ਸਰਕਾਰ ਹੈ, ਜਿਨ੍ਹਾਂ ਨੇ ਸਾਡੇ ਪੇ ਕਮਿਸ਼ਨ ਲਾਗੂ ਨਹੀਂ ਕੀਤੇ। ਤੇ ਆਉਣ ਵਾਲੀ ਫਿਊਚਰ ਜਨਰੇਸ਼ਨ ਵਾਸਤੇ ਜਿਹੜੇ UGC ਡੀਲਿੰਕ ਕਰ ਰਹੇ ਨੇ, ਉਹ ਇੱਕ ਬੜਾ ਹੀ ਗੰਭੀਰ ਮਸਲਾ ਹੈ। ਤੇ ਅਸੀਂ ਚਾਹੁੰਦੇ ਹਾਂ, ਹਾਂਜੀ, ਇਹ 2016 ਤੋਂ ਪੇ ਕਮਿਸ਼ਨ ਲਾਗੂ ਹੋਇਆ ਹੈ। 2018 ਆਲਮੋਸਟ ਸਾਰੀਆਂ ਸਟੇਟਸ ਨੇ ਲਾਗੂ ਕਰਤਾ ਸੀ। ਅੱਜ 2021 ਹੋ ਗਈ ਹੈ, 6 ਸਾਲ ਹੋ ਗਏ ਅਸੀਂ ਬੈਠੇ ਨੂੰ, ਪਰ ਇਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ। ਇਹ ਇੰਨੀ ਨਿਕੰਮੀ ਸਰਕਾਰ ਹੈ। ਟੀਚਰਸ ਯੂਨਿਟੀ ਜਿੰਦਾਬਾਦ, ਸਾਡਾ ਇੱਕ ਜਿੰਦਾਬਾਦ। SS ਕਿੰਗਰਾ ਆਉਣ ਵਾਲਾ ਪ੍ਰਦਰਸ਼ਨ ਤੁਹਾਡਾ ਕਿਸ ਤਰ੍ਹਾਂ ਦਾ ਹੋਏਗਾ, ਹੋਰ ਤਿੱਖਾ ਸਰ ਅਸੀਂ ਇਸ ਨੂੰ ਹੋਰ ਗੰਭੀਰ ਕਰਾਂਗੇ। ਸਾਡੇ ਪ੍ਰੋਫੈਸਰ SS ਕਿੰਗਰਾ ਜਿਹੜੇ ਪ੍ਰੂਫਿਕਟੋ ਦੇ ਪ੍ਰਧਾਨ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ 1 ਤਰੀਕ ਤੋਂ ਅਨਸ਼ਨ ਤੇ ਬੈਠੇ ਨੇ। ਅਸੀਂ ਉਹਨਾਂ ਨੂੰ ਸਪੋਰਟ ਕਰਨ ਲਈ DAV ਕਾਲਜ ਟੀਚਰਸ ਨੇ ਅੱਜ ਚੇਨ ਹੰਗਰ ਸਟ੍ਰਾਈਕ ਸ਼ੁਰੂ ਕੀਤੀ ਹੈ 9 ਤੋਂ 5। ਇਹ 3-4 ਦਿਨ ਕੰਟੀਨਿਊ ਰਹੇਗੀ। ਉਸ ਤੋਂ ਬਾਅਦ ਅਸੀਂ ਸ਼ੁੱਕਰਵਾਰ ਤੋਂ ਜਾਂ ਸ਼ਨੀਵਾਰ ਤੋਂ ਸਾਰੇ ਟੀਚਰਸ ਹੰਗਰ ਸਟ੍ਰਾਈਕ ਤੇ ਬੈਠਾਂਗੇ। ਤੁਹਾਨੂੰ ਦੱਸ ਦਈਏ ਕਿ 7ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਟੀਚਰ ਪਹਿਲਾਂ ਹੀ ਭੁੱਖ ਹੜਤਾਲ ਤੇ ਨੇ ਅਤੇ ਹੁਣ ਕਾਲਜਾਂ ਦੇ ਵਿੱਚ ਵੀ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਕਰਨੀ ਸ਼ੁਰੂ ਕਰ ਚੁੱਕੇ ਨੇ। ਜਗਬਾਣੀ TV ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਉੱਥੇ ਜਿੱਥੇ ਇੱਕ ਪਾਸੇ ਦੂਜੇ ਮਹਿਕਮਿਆਂ ਦੇ ਕਰਮਚਾਰੀ ਹੜਤਾਲ ਕਰ ਰਹੇ ਸੀ ਤਾਂ ਉੱਥੇ ਹੀ ਗੱਲ ਕੀਤੀ ਜਾਵੇ ਸਰਕਾਰੀ ਹਸਪਤਾਲ ਦੀ ਤਾਂ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਦੇ ਡਾਕਟਰ ਵੀ ਹੜਤਾਲ ਤੇ ਉਤਰ ਆਏ ਨੇ। ਉਹਨਾਂ ਦਾ ਕਹਿਣਾ ਹੈ ਕਿ ਹੁਣ ਨਵਾਂ ਵੇਰੀਐਂਟ ਵੀ ਆ ਗਿਆ ਹੈ। ਪਹਿਲਾਂ ਵੀ ਕੋਰੋਨਾ ਦੇ ਦੌਰ ਦੇ ਵਿੱਚ ਉਹਨਾਂ ਨੇ ਬਹੁਤ ਕੰਮ ਕੀਤਾ, ਪਰ ਹੁਣ ਉਹਨਾਂ ਨੂੰ ਵੀ ਸਾਥ ਦੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਨਵੇਂ ਡਾਕਟਰਾਂ ਦੀ ਭਰਤੀ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਮੋਢਿਆਂ ਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ।
तानाशाही नहीं चलेगी। बहुत सारा काम है, बिल्कुल ना आराम है। बहुत सारा काम है, बिल्कुल ना आराम है। जस्टिस डिनाइड, जस्टिस डिनाइड, जस्टिस डिनाइड, जस्टिस डिनाइड नहीं चलेगी, नहीं चलेगी। तारीख पे तारीख नहीं चलेगी, नहीं चलेगी, नहीं चलेगी। तारीख पे तारीख नहीं चलेगी। ਜਿੱਥੇ ਇੱਕ ਪਾਸੇ ਪੂਰੇ ਦੇਸ਼ 'ਚ ਕਰੋਨਾ ਦੀ ਤੀਜੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ, ਭਾਰਤ ਵਿੱਚ ਹੁਣ ਵੱਖ-ਵੱਖ ਸੂਬਿਆਂ ਵਿੱਚ ਓਮਿਕਰੋਨ ਦੇ ਕੇਸ ਵੀ ਸਾਹਮਣੇ ਆ ਰਹੇ ਹਨ। ਤੇ ਦੂਜੇ ਪਾਸੇ ਕਰੋਨਾ ਵਾਇਰਸ ਦੇ ਮੋਢਿਆਂ ਉੱਤੇ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਹੈ। ਹੁਣ ਉਹੀ ਡਾਕਟਰ ਵੀ ਹੜਤਾਲ ਕਰਨ ਤੇ ਉਤਰ ਆਏ ਹਨ। ਉਹਨਾਂ ਨੂੰ ਵੀ ਹੜਤਾਲ ਦੇ ਜ਼ਰੀਏ ਆਪਣੀ ਆਵਾਜ਼ ਚੁੱਕਣੀ ਪੈ ਰਹੀ ਹੈ। ਦਰਅਸਲ GMCH 32 ਵਿੱਚ ਸੋਮਵਾਰ ਨੂੰ ਡਾਕਟਰ ਹੜਤਾਲ ਉੱਤੇ ਸੀ, ਜਿਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਦੇਸ਼ ਵਿੱਚ ਡਾਕਟਰਾਂ ਦੀ ਕਮੀ ਚੱਲ ਰਹੀ ਹੈ ਅਤੇ ਨਵੇਂ ਡਾਕਟਰਾਂ ਦੀ ਭਰਤੀ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਹੈ। ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਇੱਕ ਡਾਕਟਰ ਦੇ ਉੱਤੇ ਹਜ਼ਾਰਾਂ ਮਰੀਜ਼ ਦੇਖਣ ਦੀ ਜ਼ਿੰਮੇਵਾਰੀ ਹੈ। ਕਿਵੇਂ ਹਸਪਤਾਲਾਂ 'ਚ ਕੰਮ ਚੱਲੇਗਾ? ਜੇਕਰ ਨਵੇਂ ਡਾਕਟਰਾਂ ਦੀ ਭਰਤੀ ਨਹੀਂ ਕੀਤੀ ਜਾਏਗੀ ਤਾਂ ਡਾਕਟਰ ਵੀ ਕਿਵੇਂ ਕੰਮ ਕਰਨਗੇ? ਡਾਕਟਰਾਂ ਦਾ ਕਹਿਣਾ ਸੀ ਕਿ ਸਾਡੇ ਸਿਰ ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ। ਡਾਕਟਰ ਫਿਜ਼ੀਕਲੀ ਥੱਕ ਚੁੱਕੇ ਹਨ। ਜਦੋਂ ਵੱਖ-ਵੱਖ ਖੇਤਰਾਂ ਵਿੱਚ ਭਰਤੀ ਕੀਤੀ ਜਾ ਰਹੀ ਹੈ ਤਾਂ ਡਾਕਟਰਾਂ ਦੀ ਭਰਤੀ ਕਿਉਂ ਨਹੀਂ ਕੀਤੀ ਜਾ ਰਹੀ, ਜਦਕਿ ਹੁਣ ਕਰੋਨਾ ਦੀ ਥਰਡ ਵੇਵ ਨਾਲ ਲੜਨਾ ਚੁਣੌਤੀ ਹੈ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 3 ਦਿਨਾਂ ਬਾਅਦ ਇਮਰਜੈਂਸੀ ਸਰਵਿਸ ਵੀ ਬੰਦ ਕਰ ਦੇਣਗੇ। जी, ये प्रोटेस्ट लगातार चलेगा और तब तक चलेगा जब तक सरकार मांगे नहीं देगी या इस पर कुछ भी हमें रिस्पांस में कोई भी आंसर नहीं देगी, तब तक ये प्रोटेस्ट चलता रहेगा। और अभी सिर्फ हमने इलेक्टिव ऑपरेशंस जो होते हैं, इलेक्टिव प्रोसीजर्स जो होते हैं और OPD जो होती है वो बंद किया है। पर अगर जैसे फोडा है जो पूरे इंडिया की जो रेजिडेंट डॉक्टर्स की एसोसिएशन है, उन्होंने कहा है 3 दिन में अगर मांगे पूरी नहीं हुई तो इमरजेंसी सर्विसेज भी बंद कर दी जाएंगी। और हमारा भी पूर्ण समर्थन है फोडा के लिए कि अगर हमारी मांगे नहीं पूरी की गई और सरकार ने हमारी नहीं सुनी तो हमें 3 से 4 दिन के अंदर अंदर चंडीगढ़ में भी इमरजेंसी सर्विसेज बंद करनी पड़ेंगी। और ऑलरेडी जो यहाँ पे पेशेंट का लोड है, यहाँ मरीज़ों की जो भीड़ है वो अभी जितने डॉक्टर हैं उससे 4 गुना, 6 गुना, 10 गुना ज़्यादा है। अगर हम लोग भी काम करना छोड़ देते हैं तो लिमिटेड जितने डॉक्टर जो सीनियर कंसल्टेंट और जो डॉक्टर रह गए हैं उन पर मरीज़ का भार बहुत बढ़ जाएगा, उनको भी सेवाएं सारी बंद करनी पड़ेंगी। और इसीलिए जो ऑलरेडी हमारा हेल्थ केयर सिस्टम, जो भारत के जो हेल्थ केयर सिस्टम है वो जैसे कोलैप्स करा हुआ है, जैसे कमज़ोर हुआ है, वो बिल्कुल ही गिर जाएगा, बिल्कुल ही ख़राब हो जाएगा। और अगर सरकार ने अभी भी कुछ एक्शन नहीं लिया तो मरीज़ों के लिए, हमारे लिए नहीं, देश के लिए, पूरे देश के लिए ही, मरीज़ों के लिए बहुत भारी नुकसान होगा। ये जो मुद्दा है इसको आगे लाना पड़ेगा, क्योंकि सुप्रीम कोर्ट बार बार जो केसेस को डिले कर रही है वो उनको ये समझना पड़ेगा कि अभी ज़रूरत डॉक्टरों की है। और अगर 60 लोगों का काम कोई 40 लोग करें और 2/3 हिस्सा करेगा वही काम, तो वो पॉसिबल नहीं है। दिन पर दिन काम बढ़ता जा रहा है और डॉक्टर कम होते जा रहे हैं। और इसको सफ़र करने के लिए सिर्फ डॉक्टर ही नहीं सफ़र कर रहे हैं, जो मरीज़ यहाँ पे आ रहे हैं वो भी सेम चीज़ सफ़र कर रहे हैं। बट वो हालातों में किसको रखना है दोषी, वो हमें पता करना पड़ेगा। और जल्दी से जल्दी ये कार्रवाई हो इसकी और नया बैच आए, इसके लिए हमें काम करना है। वहीं हम कहना चाहते हैं कि सिर्फ डॉक्टरों को नहीं जूझना पड़ेगा, पेशेंट्स को भी जूझना पड़ेगा। क्योंकि जितने कम हमारे पास डॉक्टर होंगे, ऑल्दो वो अपना 100% देंगे, फिर भी अगर वो है ही नहीं, जहाँ पे कुछ है ही नहीं, जहाँ पे डॉक्टर ही नहीं है, वहाँ पे इलाज कैसे होगा? और इसका हम लड़ रहे हैं सिर्फ अपने लिए नहीं, अपने पेशेंट्स के लिए भी, क्योंकि कल को जब पेशेंट्स आएंगे उनका इलाज करेगा कौन अगर वहाँ पे डॉक्टर ही नहीं है? तो इसीलिए हमें चाहिए कि ज़्यादा से ज़्यादा डॉक्टरों की बहाली हो और उसके लिए काउंसलिंग को जल्दी करना पड़ेगा। एग्ज़ाम हो गए हैं, रिज़ल्ट आ गए हैं, बस एडमिशन की बात रह गई है, तो वो करनी ज़रूरी है। उसके लिए हम यहाँ पे कर रहे हैं। अगर हम भी ओवरवर्कड हैं, ओवरबर्डनड हैं, तो अगर ये कोरोना की भी तीसरी वेव आने के चांसेस हैं, ओमाइक्रॉन जो नया वेरिएंट आया है, अगर वो कोरोना की वेव आ जाती है तो फिर से ये सारा हेल्थ केयर ये कोलैप्स हो जाएगा। हमारे पास वर्कफोर्स नहीं है, हमारे पास एनर्जी नहीं है, तो इतना काम हम ऐसे बिना अपनी वर्कफोर्स के कंटिन्यू नहीं कर सकते, जिसका ध्यान सरकार को देना चाहिए। बिकॉज हेल्थ केयर इज़ अ मेजर कंसर्न फॉर एवरी कंट्री, पर आवर गवर्नमेंट डज़ नॉट सीम टू बी responding towards our demands, which is not actually a demand, it's our right. And it's not just for us, it's for the public and for the whole nation, that if we won't be able to work with our full capacity, then we won't be working efficiently, and it will not be good
for anybody, not us, not the public, not the country. हम कब से लगातार कोविड की फर्स्ट वेव से लगातार काम कर रहे हैं, अपने बारे में बिना सोचे, अपनी हेल्थ के बारे में बिना सोचे, बिकॉज इसलिए हम डॉक्टर बने थे कि बिना निस्वार्थ सेवा करेंगे। लेकिन अब क्योंकि अभी हम कह रहे हैं कि थर्ड वेव आ सकती है, उसके लिए हमें एक्चुअल में लोगों की ज़रूरत है। बाकी जगह इंस्टीट्यूट्स में भर्ती हो रही है, सिर्फ एक मेडिकल ब्रांच है जो रुकी हुई है। इस टाइम पे मेडिकल ब्रांच ही इंपॉर्टेंट है, बाकी सब तो रुक सकते हैं, पर डॉक्टर्स की तो ज़रूरत है इस टाइम पे। तो वो चीज़ हम चाहते हैं कि गवर्नमेंट को पता लगे, सुप्रीम कोर्ट को ये चीज़ पता लगे कि एक्चुअल में डॉक्टर्स थक चुके हैं, वो ओवरबर्डनड है, फिजिकली एंड मेंटली एग्जॉस्टेड है। तो उनको एक्चुअल में अपने साथ लोगों की ज़रूरत है, सो दैट हम बाकी लोगों का भला कर सकें, पेशेंट्स की केयर ना हो। ਦੱਸ ਦਿੰਦੇ ਆ ਕਿ ਇਹਨਾਂ ਡਾਕਟਰਾਂ ਦੀ ਮੰਗ ਹੈ ਕਿ ਨੀਟ ਪੀਜੀ ਦੀ ਕਾਉਂਸਲਿੰਗ ਛੇਤੀ ਤੋਂ ਛੇਤੀ ਕੀਤੀ ਜਾਏ ਅਤੇ ਨਵੇਂ ਡਾਕਟਰਾਂ ਦੀ ਭਰਤੀ ਕਰਨੀ ਚਾਹੀਦੀ ਹੈ। ਇਹ ਕਾਉਂਸਲਿੰਗ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ ਤੇ ਇਹ ਕਾਉਂਸਲਿੰਗ 6 ਮਹੀਨਾ ਪਹਿਲਾਂ ਕੀਤੀ ਜਾਣੀ ਚਾਹੀਦੀ ਸੀ, ਪਰ ਫਿਰ ਇਸ ਕਾਉਂਸਲਿੰਗ ਵਿੱਚ ਹੋਰ ਦੇਰੀ ਕੀਤੀ ਜਾ ਰਹੀ ਹੈ। ਜ਼ਿਆਦਾ ਖਾਮਿਆਜ਼ਾ ਨਾ ਸਿਰਫ ਡਾਕਟਰਾਂ ਬਲਕਿ ਲੋਕਾਂ ਨੂੰ ਵੀ ਇਸ ਦਾ ਭੁਗਤਣਾ ਪੈ ਰਿਹਾ ਹੈ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਉਹਦੇ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ। ਹੁਣ ਉਹ ਗੁਰੂ ਘਰ ਦੇ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਦਰਅਸਲ ਗੁਰੂ ਘਰ ਦੀ ਪਾਰਕਿੰਗ ਦੇ ਵਿੱਚ ਇੱਕ ਬਾਈਕ ਖੜੀ ਸੀ, ਚੋਰ ਉਸ ਨੂੰ ਚੋਰੀ ਕਰਕੇ ਲੈ ਗਏ, ਜਿਸ ਤੋਂ ਬਾਅਦ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ। रुख मौसम का कर लेने ते दसदे तुहानूं कि अज दा तापमान किन्ना रहा। तो अज वध तो वध तापमान 25.9 डिग्री सैल्सियस ते घट्टो घट्ट तापमान 13.0 डिग्री सैल्सियस दर्ज किया गया। तो अज दे इस बुलेटिन दे विच पासे नहीं, फिर होगी मुलाकात। सत श्री अकाल।